ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪ੍ਰੇਮ ਅਨਮੋਲ ਹੁੰਦਾ ਹੈ ਬਾਣੀ। ਮੈਂ ਹਾਂ ਤੁਹਾਡੀ ਹੋਸਟ ਬਾਣੀ। ਪਿਛਲੇ ਐਪੀਸੋਡ ਵਿੱਚ ਮੇਰੀ ਅਤੇ ਸਵਪਨਿਲ ਦੀ ਹਾਸੇ ਮਜ਼ਾਕ ਵਾਲੀ ਗੱਲਬਾਤ ਕਾਰਨ ਮੈਂ ਪਰੇਸ਼ਾਨ ਹੋ ਗਈ ਸੀ। ਅੱਜ ਤੁਸੀਂ ਸੁਣੋਗੇ ਸਵਪਨਿਲ ਦੀ ਮਾਫੀ, ਮੇਰੇ ਮਨ ਵਿੱਚ ਪ੍ਰੇਮ ਦੀ ਜਨਮਾਂਤਰਾਂ ਦੀ ਦਾਰਸ਼ਨਿਕ ਪਰਿਭਾਸ਼ਾ, ਪਾਪਾ ਦੀ ਆਡੰਬਰ ਉੱਤੇ ਚਿੰਤਾ, ਅਤੇ ਸਵਪਨਿਲ ਦੇ ਪਰਿਵਾਰ ਦੇ ਮੇਰੇ ਸਹੁਰੇ ਘਰ ਪਹੁੰਚਣ ਤੋਂ ਬਾਅਦ ਪਹਿਲੀ ਪਰਿਵਾਰਕ ਹਦਾਇਤ। ਗਲਤਫਹਿਮੀ ਅਤੇ ਪ੍ਰੇਮ ਦੀ ਪਰਿਭਾਸ਼ਾ ਮਨਾਉਣਾ। ਮੇਰੀ ਤਿੱਖੀ ਪ੍ਰਤੀਕਿਰਿਆ ਤੇ ਸਵਪਨਿਲ ਤੁਰੰਤ ਸੰਭਲ ਗਿਆ ਅਤੇ ਆਪਣੀ ਗਲਤੀ ਸਵੀਕਾਰ ਕੀਤੀ। ਉਸਨੇ ਸੋਚਿਆ ਸੀ ਕਿ ਲੋਕ ਉਸਨੂੰ ਅੰਨਾ ਕਹਿ ਰਹੇ ਹਨ। ਮੈਨੂੰ ਲੱਗਿਆ ਕਿ ਉਹ ਅਜਿਹਾ ਘਟੀਆ ਪਤੀ ਨਹੀਂ ਹੈ ਜੋ ਮੇਰਾ ਮਜ਼ਾਕ ਉਡਾਏ। ਪ੍ਰੇਮ ਦਾ ਦਰਸ਼ਨ। ਮੈਂ ਫੈਸਲਾ ਕੀਤਾ ਕਿ ਸੁਖੀ ਪਤਨੀ ਬਣਨ ਲਈ ਮੈਨੂੰ ਸਵਪਨਿਲ ਨੂੰ ਖੁਦ ਤੋਂ ਵੀ ਵੱਧ ਪ੍ਰੇਮ ਕਰਨਾ ਹੋਵੇਗਾ। ਮੈਂ ਪ੍ਰੇਮ ਦੀ ਇੱਕ ਨਵੀਂ ਪਰਿਭਾਸ਼ਾ ਘੜੀ। ਪ੍ਰੇਮ ਆਤਮਾ ਤੋਂ ਆਤਮਾ ਤੱਕ ਅਨੁਭਵ ਕੀਤੀ ਜਾਣ ਵਾਲੀ ਇੱਕ ਅਦ੍ਰਿਸ਼ਟ ਅਨੁਭੂਤੀ ਹੈ। ਜਨਮਾਂ ਦਾ ਬੰਧਨ। ਮੈਨੂੰ ਲੱਗਿਆ ਕਿ ਸਵਪਨਿਲ ਅਤੇ ਮੇਰੇ ਸਰੀਰ ਵਿੱਚ ਦੋ ਵੱਖਰੀਆਂ ਆਤਮਾਵਾਂ ਹਨ, ਜਿਨ੍ਹਾਂ ਵਿੱਚ ਪ੍ਰੇਮ ਦੀ ਪਰੰਪਰਾ ਸ਼ਾਇਦ ਜਨਮਾਂਤਰਾਂ ਤੋਂ ਰਹੀ ਹੈ। ਮੇਰੇ ਅਮਰੀਕਾ ਪ੍ਰਵਾਸ ਦੇ ਸਬਬ ਵਿਧਾਤਾ ਨੇ ਹੀ ਬਣਾਏ ਸਨ। ਆਜ਼ਾਦੀ ਦੀ ਘੜੀ। ਹੁਣ ਸਾਡੀਆਂ ਆਤਮਾਵਾਂ ਨੂੰ ਸਭ ਤਰ੍ਹਾਂ ਦੀ ਆਜ਼ਾਦੀ ਮਿਲਣ ਦੀ ਘੜੀ ਨੇੜੇ ਆ ਗਈ ਹੈ, ਜਿੱਥੇ ਸਾਡੇ ਸਰੀਰ ਵੀ ਇੱਕਮਿਕ ਹੋ ਸਕਦੇ ਹਨ। ਆਡੰਬਰ ਉੱਤੇ ਬਹਿਸ। ਪਾਪਾ ਦੀ ਚਿੰਤਾ। ਅਗਲੇ ਦਿਨ ਪਾਪਾ ਮੇਰੇ ਵਿਆਹ ਦੇ ਸੱਦਾ ਪੱਤਰ ਨੂੰ ਦੇਖ ਰਹੇ ਸਨ। ਉਹਨਾਂ ਨੇ ਕਿਹਾ, ਮੈਨੂੰ ਵਿਆਹ ਵਿੱਚ ਅਜਿਹੇ ਆਡੰਬਰ ਫਜ਼ੂਲ ਖਰਚੀ ਲੱਗਦੇ ਹਨ। ਇਸ ਬਾਕਸ ਦੀ ਕੀਮਤ ਲਗਭਗ 2500 ਰੁਪਏ ਹੋਵੇਗੀ। ਉਹਨਾਂ ਨੂੰ ਡਰ ਸੀ ਕਿ ਮੱਧਵਰਗੀ ਪਿਤਾ ਅਜਿਹੇ ਅਮੀਰਾਂ ਦੇ ਆਡੰਬਰਾਂ ਦੀ ਨਕਲ ਵਿੱਚ ਪਿਸ ਜਾਂਦੇ ਹਨ। ਮਾਂ ਦਾ ਪੱਖ। ਮੈਂ ਮੈਮ ਦਾ ਪੱਖ ਲਿਆ। ਅਮੀਰਾਂ ਦੀ ਅਜਿਹੀ ਫਜ਼ੂਲ ਖਰਚੀ ਦੀ ਪ੍ਰਵਿਰਤੀ ਨਾਲ ਹੀ ਦੂਜਿਆਂ ਦੇ ਕਈ ਤਰ੍ਹਾਂ ਦੇ ਵਪਾਰ ਚੱਲਦੇ ਹਨ। ਮੈਂ ਇਹ ਵੀ ਕਿਹਾ ਕਿ ਮੈਂ ਉਹਨਾਂ ਦੇ ਉਲਟ ਕੋਈ ਗੱਲ ਕਰਕੇ ਸਮੱਸਿਆ ਖੜੀ ਨਹੀਂ ਕਰਨਾ ਚਾਹੁੰਦੀ, ਸਗੋਂ ਹੱਲ ਦੇਣਾ ਚਾਹੁੰਦੀ ਹਾਂ। ਭਾਵੁਕ ਯਾਦ। ਪਾਪਾ ਨੇ ਆਤਮ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਸਵੀਕਾਰ ਕੀਤਾ। ਅਸੀਂ ਦੋਵਾਂ ਨੇ ਸਵਰਗੀ ਮਾਂ ਅਤੇ ਭਰਾ ਨੂੰ ਯਾਦ ਕੀਤਾ ਕਿ ਉਹ ਇਸ ਵਕਾਰੀ ਪਰਿਵਾਰ ਵਿੱਚ ਮੇਰਾ ਵਿਆਹ ਹੁੰਦਾ ਦੇਖ ਕੇ ਕਿੰਨਾ ਮਾਣ ਕਰਦੇ। ਪਰਿਵਾਰ ਦੀ ਪਹਿਲੀ ਹਦਾਇਤ। ਆਮਦ। ਸਵਪਨਿਲ ਆਪਣੇ ਮੰਮੀ ਪਾਪਾ, ਮੇਰੇ ਹੋਣ ਵਾਲੇ ਸੱਸ ਸਹੁਰਾ ਦੇ ਨਾਲ ਅਲਕਾ ਮੈਮ ਦੇ ਘਰ ਆ ਗਿਆ ਹੈ। ਰਾਸ਼ੀਲ ਪਰਾਗ ਸਿੱਧੇ ਜਲੰਧਰ ਗਏ ਹਨ। ਪਰਿਵਾਰਕ ਹੁਕਮ। ਸਵਪਨਿਲ ਦਾ ਮੈਨੂੰ ਕਾਲ ਆਇਆ ਅਤੇ ਉਸਨੇ ਦੱਸਿਆ, ਬਾਣੀ, ਭਾਬੀ ਦੇ ਪੇਕੇ ਪਰਿਵਾਰ ਵਾਲੇ ਆਪਣੀ ਬੇਟੀ, ਜਵਾਈ ਅਤੇ ਦੋਹਤੀ ਦੀ ਪਹਿਲੀ ਆਮਦ ਦੇ ਮੌਕੇ ਤੇ ਇੱਕ ਵੱਡਾ ਪ੍ਰੋਗਰਾਮ ਕਰ ਰਹੇ ਹਨ। ਭਾਬੀ ਨੇ ਸਾਨੂੰ ਸਾਰਿਆਂ ਨੂੰ ਉਸ ਵਿੱਚ ਲਾਜ਼ਮੀ ਤੌਰ ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਹੁਣ ਸਵਪਨਿਲ ਦਾ ਪੂਰਾ ਪਰਿਵਾਰ ਮੇਰੇ ਸ਼ਹਿਰ ਵਿੱਚ ਹੈ। ਕੀ ਮੈਂ ਇਸ ਵੱਡੇ ਪ੍ਰੋਗਰਾਮ ਵਿੱਚ ਉਹਨਾਂ ਦੇ ਨਾਲ ਜਾਵਾਂਗੀ ਅਤੇ ਜਲੰਧਰ ਵਿੱਚ ਸਵਪਨਿਲ ਅਤੇ ਮੈਨੂੰ ਇਕੱਠੇ ਰਹਿਣ ਦਾ ਮੌਕਾ ਮਿਲੇਗਾ। ਪ੍ਰੇਮ ਦੀ ਦਾਰਸ਼ਨਿਕ ਯਾਤਰਾ। ਪਰਿਵਾਰਕ ਕਦਰਾਂ ਕੀਮਤਾਂ ਦੀ ਚਰਚਾ ਅਤੇ ਰਾਸ਼ੀਲ ਦੀ ਪਹਿਲੀ ਹਦਾਇਤ। ਪ੍ਰੇਮ ਅਨਮੋਲ ਹੁੰਦਾ ਹੈ ਬਾਣੀ ਵਿੱਚ ਤੁਸੀਂ ਸੁਣੋਗੇ। ਐਪੀਸੋਡ 68। ਪ੍ਰੇਮ ਦੀ ਦਾਰਸ਼ਨਿਕ ਪਰਿਭਾਸ਼ਾ, ਆਡੰਬਰ ਉੱਤੇ ਬਹਿਸ ਅਤੇ ਪਰਿਵਾਰ ਦੀ ਪਹਿਲੀ ਹਦਾਇਤ। ਅਰੇ ਬਾਣੀ, ਤੁਸੀਂ ਤਾਂ ਗਲਤ ਸੋਚਣ ਲੱਗ ਗਏ ਹੋ। ਜੋ ਤੁਹਾਨੂੰ ਆਨੀ ਕਹੇ ਉਹ ਖੁਦ ਅੰਨਾ ਹੈ। ਮੈਂ ਤਾਂ ਅਜਿਹਾ ਸੋਚ ਵੀ ਨਹੀਂ ਸਕਦਾ, ਸਵਪਨਿਲ ਨੇ ਮਨਾਉਂਦੇ ਹੋਏ ਕਿਹਾ। ਜੇਕਰ ਤੁਹਾਡਾ ਇਹ ਮਤਲਬ ਨਹੀਂ ਹੈ ਤਾਂ ਫਿਰ ਤੁਸੀਂ ਅਜਿਹਾ ਕਿਹਾ ਹੀ ਕਿਉਂ? ਮੈਂ ਸਪਸ਼ਟੀਕਰਨ ਚਾਹੁੰਦੀ ਹਾਂ। ਮੈਂ ਸਮਝਿਆ ਲੋਕ ਮੈਨੂੰ ਅੰਨਾ ਦੱਸਦੇ ਹੋਏ ਇਹ ਕਹਿ ਰਹੇ ਹਨ। ਮੈਨੂੰ ਲੱਗਿਆ ਉਹਨਾਂ ਦੇ ਕਹਿਣ ਦਾ ਇਹ ਮਤਲਬ ਹੈ ਕਿ ਉਹਨਾਂ ਦੀ ਇੰਨੀ ਯੋਗ ਬੇਟੀ ਭੈਣ ਕਿਸ ਅੰਨੇ ਨੂੰ ਮਿਲਣ ਜਾ ਰਹੀ ਹੈ। ਅਣਜਾਣੇ ਵਿੱਚ ਹੀ ਮੈਂ ਤੁਹਾਡਾ ਦਿਲ ਦੁਖਾ ਦਿੱਤਾ ਹੈ। ਮੈਨੂੰ ਮੁਆਫ ਕਰ ਦਿਓ, ਸਵਪਨਿਲ ਨੇ ਬੇਨਤੀ ਕਰਦਿਆਂ ਕਿਹਾ। ਫਿਰ ਤਾਂ ਇਹ ਮੈਨੂੰ ਹੋਰ ਵੀ ਦੁਖੀ ਕਰਨ ਵਾਲੀ ਗੱਲ ਹੋਈ। ਤੁਹਾਡੇ ਵਰਗੇ ਯੋਗ ਲੜਕੇ ਨੂੰ ਕੋਈ ਝੂਠਾ ਵੀ ਬੁਰਾ ਕਹੇ ਤਾਂ ਮੈਥੋਂ ਸਹਾਰਿਆ ਨਹੀਂ ਜਾਵੇਗਾ। ਮੈਂ ਹੁਣ ਸਮਝ ਰਹੀ ਹਾਂ ਕਿ ਸਵਪਨਿਲ ਅਜਿਹਾ ਘਟੀਆ ਪਤੀ ਹੈ ਹੀ ਨਹੀਂ, ਜੋ ਕਿਸੇ ਵੱਲੋਂ ਮੇਰਾ ਮਜ਼ਾਕ ਉਡਾਏ ਜਾਣ ਤੇ ਖੁਸ਼ ਹੋਵੇ। ਚਲੋ ਹੁਣ ਇਸ ਲਈ ਤੁਸੀਂ ਵੀ ਮੈਨੂੰ ਮੁਆਫ ਕਰ ਦਿਓ। ਮੈਂ ਤੁਹਾਨੂੰ ਦੁੱਖ ਦੇਣ ਲਈ ਕਾਲ ਨਹੀਂ ਕੀਤਾ। ਮੈਂ ਤਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੰਮੀ ਪਾਪਾ, ਭਰਾ ਅਤੇ ਭਾਬੀ ਸਮੇਤ ਮੈਂ 4 ਦਿਨਾਂ ਬਾਅਦ ਭਾਰਤ ਪਹੁੰਚ ਰਹੇ ਹਾਂ, ਸਵਪਨਿਲ ਨੇ ਆਪਣੀ ਗਲਤੀ ਮੰਨਦਿਆਂ ਦੱਸਿਆ। ਅਰੇ ਵਾਹ, ਇਸ ਦਾ ਮਤਲਬ ਹੈ ਕਿ ਮੈਨੂੰ ਇਸ ਵਾਰ ਰਾਸ਼ੀਲ ਦੇ ਨਾਲ ਲੰਬਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਮੈਂ ਖੁਸ਼ੀ ਪ੍ਰਗਟ ਕਰਦਿਆਂ ਬੋਲੀ। ਭਾਬੀ 1 ਹਫ਼ਤੇ ਲਈ ਜਲੰਧਰ ਜਾਣਗੇ। ਉਹਨਾਂ ਨੂੰ ਆਪਣਾ ਘਰ ਛੱਡੇ ਕਾਫੀ ਸਮਾਂ ਹੋ ਗਿਆ ਹੈ। ਉਹ ਆਪਣੇ ਪੇਕੇ ਪਰਿਵਾਰ ਵਿੱਚ ਸਭ ਦੇ ਵਿਚਕਾਰ ਰਹਿਣਾ ਚਾਹੁੰਦੇ ਹਨ, ਸਵਪਨਿਲ ਨੇ ਦੱਸਿਆ।
ਇਹ ਤਾਂ ਠੀਕ ਹੋਵੇਗਾ, ਮੈਂ ਰਾਸ਼ੀਲ ਦੀਆਂ ਭਾਵਨਾਵਾਂ ਦੀ ਕਲਪਨਾ ਕਰ ਸਕਦੀ ਹਾਂ। ਇਸ ਤਰ੍ਹਾਂ ਸਾਡੀ ਗੱਲ ਪੂਰੀ ਹੋਈ। ਮੈਂ ਸੋਚਣ ਲੱਗੀ ਹਾਂ, ਮੈਨੂੰ ਸਵਪਨਿਲ ਨੂੰ ਹਲਕੇ ਵਿੱਚ ਲੈਣਾ ਛੱਡਣਾ ਹੋਵੇਗਾ। ਉਹ ਮੈਨੂੰ ਕਿੰਨਾ ਚਾਹੁੰਦਾ ਹੈ, ਹਰ ਜਗ੍ਹਾ ਆਪਣੇ ਆਪ ਨੂੰ ਮੇਰੇ ਤੋਂ ਛੋਟਾ ਬਣਾ ਲੈਂਦਾ ਹੈ। ਉਹ ਕਦੇ ਵੀ ਇਹ ਜਤਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਹ ਮੇਰੇ ਤੋਂ ਵੱਧ ਬੁੱਧੀਮਾਨ ਹੈ। ਮੈਂ ਫੈਸਲਾ ਕੀਤਾ ਕਿ ਮੈਨੂੰ ਸਵਪਨਿਲ ਨਾਲ ਗੱਲ ਕਰਦੇ ਹੋਏ ਹਮੇਸ਼ਾ ਸੰਜਮ ਵਿੱਚ ਰਹਿਣਾ ਹੋਵੇਗਾ। ਸੁਖੀ ਪਤਨੀ ਬਣਨ ਲਈ ਮੈਨੂੰ ਉਸ ਨੂੰ ਆਪਣੇ ਤੋਂ ਵੱਧ ਯੋਗ ਸਵੀਕਾਰ ਕਰਨਾ ਹੀ ਹੋਵੇਗਾ। ਸੱਚਾਈ ਵੀ ਇਹੀ ਹੈ। ਸੁਖੀ ਪਤਨੀ ਹੋਣ ਲਈ ਮੈਨੂੰ ਸਵਪਨਿਲ ਨੂੰ ਖੁਦ ਤੋਂ ਵੀ ਵੱਧ ਪ੍ਰੇਮ ਕਰਨਾ ਹੋਵੇਗਾ। ਆਪਣੇ ਪ੍ਰੇਮ ਬਾਰੇ ਸੋਚਦਿਆਂ ਮੈਨੂੰ ਅਲਕਾ ਮੈਮ, ਪਰਾਗ ਅਤੇ ਸਵਪਨਿਲ ਦੇ ਉਹਨਾਂ ਦੇ ਆਪਣੇ ਪਿਆਰਿਆਂ ਪ੍ਰਤੀ ਪ੍ਰੇਮ ਦੀ ਯਾਦ ਆਈ। ਤਦ ਮੇਰੇ ਮਨ ਵਿੱਚ ਅਜੀਬ ਵਿਚਾਰਾਂ ਦਾ ਸਿਲਸਿਲਾ ਚੱਲ ਪਿਆ। ਅਲਕਾ ਮੈਮ ਦਾ ਪ੍ਰੇਮ ਕਦੇ ਮੇਰੇ ਪਾਪਾ ਤੇ ਪ੍ਰਗਟ ਹੀ ਨਹੀਂ ਹੋਇਆ। ਉਹਨਾਂ ਦਾ ਪ੍ਰੇਮ ਇੰਨਾ ਨਿਰਸਵਾਰਥ ਰਿਹਾ ਕਿ ਮੈਮ ਨੇ ਬਿਨਾਂ ਕਿਸੇ ਹੋਰ ਨਾਲ ਵਿਆਹ ਕੀਤੇ ਹੀ ਜੀਵਨ ਬਿਤਾ ਦਿੱਤਾ। ਪਰਾਗ ਜਿਸ ਰਾਸ਼ੀਲ ਨੂੰ 13 ਸਾਲ ਦੀ ਉਮਰ ਤੋਂ ਚਾਹੁੰਦਾ ਰਿਹਾ, ਉਹ ਉਸ ਨੂੰ ਉਸ ਦੇ ਤਲਾਕ ਤੋਂ ਬਾਅਦ ਹੀ ਮਿਲ ਸਕੀ। ਫਿਰ ਵੀ ਪਰਾਗ ਨੇ ਉਸ ਨਾਲ ਵਿਆਹ ਕੀਤਾ। ਸਵਪਨਿਲ ਜੋ ਮੈਨੂੰ ਪ੍ਰੇਮ ਕਰਦਾ ਹੈ, ਉਸ ਦੇ ਹੋਰ ਲੜਕੀਆਂ ਨਾਲ ਸਰੀਰਕ ਸਬੰਧ ਰਹੇ ਹਨ, ਪਰ ਉਸ ਨੂੰ ਉਹਨਾਂ ਨਾਲ ਪ੍ਰੇਮ ਨਹੀਂ ਹੋਇਆ। ਉਹ ਮੇਰੇ ਨਾਲ ਪ੍ਰੇਮ ਕਰਨ ਲੱਗਾ ਹੈ ਅਤੇ ਉਸਨੇ ਵਿਆਹ ਤੱਕ ਸਰੀਰਕ ਸਬੰਧਾਂ ਲਈ ਸਬਰ ਰੱਖਿਆ ਹੈ। ਮੈਨੂੰ ਆਪਣੇ ਪਾਪਾ ਦੀ ਯਾਦ ਆਈ। ਉਹਨਾਂ ਨੇ ਆਪਣੀ ਮਾਂ ਦੇ ਕਹਿਣ ਤੇ ਜਿਸ ਲੜਕੀ ਨਾਲ ਵਿਆਹ ਕੀਤਾ, ਉਸ ਨੂੰ ਇੰਨਾ ਪਿਆਰ ਕੀਤਾ ਕਿ ਉਸ ਦੇ ਜਾਣ ਤੋਂ ਬਾਅਦ ਕਦੇ ਦੂਜਾ ਵਿਆਹ ਨਹੀਂ ਕੀਤਾ। ਅਸਲ ਵਿੱਚ ਪ੍ਰੇਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਮਨ ਵਿੱਚ ਇਹਨਾਂ ਸਵਾਲਾਂ ਦੇ ਆਉਣ ਤੇ ਮੇਰਾ ਧਿਆਨ ਪ੍ਰੇਮ ਨੂੰ ਡੂੰਘਾਈ ਨਾਲ ਸਮਝਣ ਤੇ ਕੇਂਦਰਿਤ ਹੋ ਗਿਆ। ਪ੍ਰੇਮ ਦਾ ਆਰੰਭ ਸਰੀਰਕ ਸਬੰਧਾਂ ਨਾਲ ਨਹੀਂ ਹੁੰਦਾ। ਇਹ ਵੀ ਜ਼ਰੂਰੀ ਨਹੀਂ ਕਿ ਪ੍ਰੇਮ ਸਰੀਰਕ ਸਬੰਧਾਂ ਤੱਕ ਪਹੁੰਚੇ ਹੀ, ਪਰ ਆਮ ਤੌਰ ਤੇ ਪ੍ਰੇਮ ਵਿੱਚ ਸਰੀਰਕ ਸਬੰਧਾਂ ਦਾ ਹੋਣਾ ਸੁਣਿਆ ਤੇ ਦੇਖਿਆ ਜਾਂਦਾ ਹੈ। ਮੈਂ ਸੋਚ ਰਹੀ ਹਾਂ, ਜੇਕਰ ਮੈਂ ਪ੍ਰੇਮ ਨੂੰ ਆਪਣੇ ਅਨੁਭਵ ਨਾਲ ਪਰਿਭਾਸ਼ਿਤ ਕਰਨਾ ਚਾਹਾਂ ਤਾਂ ਕਿਵੇਂ ਕਰਾਂਗੀ। ਪ੍ਰੇਮ ਅਸਲ ਵਿੱਚ ਆਤਮਾ ਤੋਂ ਆਤਮਾ ਤੱਕ ਅਨੁਭਵ ਕੀਤੀ ਜਾਣ ਵਾਲੀ ਇੱਕ ਅਦ੍ਰਿਸ਼ਟ ਅਨੁਭੂਤੀ ਦਾ ਨਾਮ ਹੈ। ਜਦੋਂ ਕਿਸੇ ਨੂੰ ਕਿਸੇ ਨਾਲ ਇਹ ਅਨੁਭੂਤੀ ਹੁੰਦੀ ਹੈ ਤਾਂ ਆਤਮਾ ਦੀ ਕਿਸੇ ਸਰੀਰ ਵਿੱਚ ਮੌਜੂਦਗੀ ਜ਼ਰੂਰੀ ਹੁੰਦੀ ਹੈ। ਆਤਮਾ ਤੋਂ ਆਤਮਾ ਤੱਕ ਅਨੁਭਵ ਵਿੱਚ ਆਉਣ ਵਾਲਾ ਪ੍ਰੇਮ ਸਰੀਰਾਂ ਦੀ ਗੈਰ ਮੌਜੂਦਗੀ ਵਿੱਚ ਪ੍ਰਗਟ ਨਹੀਂ ਹੋ ਸਕਦਾ। ਜਿਵੇਂ ਤਪਦੀ ਧਰਤੀ ਤੇ ਮੀਂਹ ਦੀਆਂ ਕਣੀਆਂ ਨਾਲ ਸ਼ੀਤਲਤਾ ਮਿਲਦੀ ਹੈ, ਉਵੇਂ ਹੀ ਪ੍ਰੇਮ ਭਰਿਆ ਸਪਰਸ਼ ਆਤਮਾ ਤੱਕ ਇੱਕ ਅਦ੍ਰਿਸ਼ਟ ਅਨੁਭੂਤੀ ਬਣ ਕੇ ਪਹੁੰਚਦਾ ਹੈ। ਜਿੱਥੇ ਸਰੀਰਕ ਸਬੰਧ ਵਰਜਿਤ ਹਨ, ਉੱਥੇ ਪ੍ਰੇਮ ਦਾ ਸੁੱਖ ਕੇਵਲ ਨਿਗਾਹਾਂ ਅਤੇ ਗੱਲਬਾਤ ਨਾਲ ਵੀ ਮਹਿਸੂਸ ਕੀਤਾ ਜਾਂਦਾ ਹੈ। ਪ੍ਰੇਮ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਮੇਰੇ ਵਿਚਾਰ ਸਵਪਨਿਲ ਅਤੇ ਮੇਰੇ ਵਿਚਕਾਰ ਕੇਂਦਰਿਤ ਹੋ ਗਏ। ਮੈਂ ਸੋਚਣ ਲੱਗੀ, ਸਾਡੇ ਸਰੀਰ ਵਿੱਚ ਦੋ ਵੱਖਰੀਆਂ ਆਤਮਾਵਾਂ ਹਨ, ਜਿਨ੍ਹਾਂ ਵਿੱਚ ਪ੍ਰੇਮ ਦੀ ਪਰੰਪਰਾ ਸ਼ਾਇਦ ਜਨਮਾਂਤਰਾਂ ਤੋਂ ਰਹੀ ਹੈ। ਸਾਡੀਆਂ ਇਹ ਆਤਮਾਵਾਂ ਇਸ ਜਨਮ ਵਿੱਚ ਸਾਲਾਂ ਪਹਿਲਾਂ ਦੂਰ ਦੇਸ਼ਾਂ ਵਿੱਚ ਆ ਚੁੱਕੀਆਂ ਸਨ। ਰਾਸ਼ੀਲ ਵੱਲੋਂ ਮੇਰੇ ਬਾਰੇ ਦੱਸੇ ਜਾਣ ਤੇ ਸਵਪਨਿਲ ਦੀ ਆਤਮਾ ਨੂੰ ਮਹਿਸੂਸ ਹੋਇਆ ਕਿ ਉਹ ਮੇਰੀ ਆਤਮਾ ਤੋਂ ਜਾਣੂ ਹੈ। ਉਦੋਂ ਤੋਂ ਹੀ ਉਸ ਨੂੰ ਸਾਡੇ ਪ੍ਰੇਮ ਦੀ ਅਨੁਭੂਤੀ ਮਿਲ ਗਈ ਸੀ। ਫਿਰ ਵਿਧਾਤਾ ਨੇ ਮੇਰੇ ਅਮਰੀਕਾ ਜਾਣ ਦੇ ਸਬਬ ਬਣਾ ਦਿੱਤੇ। ਮੈਂ ਸਵਪਨਿਲ ਨੂੰ ਮਿਲੀ ਅਤੇ ਉਸ ਨੂੰ ਚੁਣਨ ਲਈ ਉਤਾਵਲੀ ਹੋ ਗਈ। ਸਵਪਨਿਲ ਦੇ ਸਪਰਸ਼ਾਂ ਨਾਲ ਪ੍ਰੇਮ ਦੀ ਅਨੁਭੂਤੀ ਮੇਰੀ ਆਤਮਾ ਤੱਕ ਪਹੁੰਚਣ ਲੱਗੀ। ਫਿਰ ਜੋ ਪਹਿਲਾਂ ਅਸੰਭਵ ਲੱਗਦਾ ਸੀ, ਹੁਣ ਉਹ ਸੰਭਵ ਹੋ ਗਿਆ ਹੈ। ਸਵਪਨਿਲ 7 ਸਮੁੰਦਰ ਪਾਰ ਕਰਕੇ ਹੁਣ ਭਾਰਤ ਆਉਣ ਵਾਲਾ ਹੈ। ਹੁਣ ਸਾਡੇ ਆਤਮਿਕ ਪ੍ਰੇਮ ਨੂੰ ਸਭ ਤਰ੍ਹਾਂ ਦੀ ਆਜ਼ਾਦੀ ਮਿਲਣ ਦੀ ਘੜੀ ਨੇੜੇ ਆ ਗਈ ਹੈ। ਹੁਣ ਸਾਡੇ ਸਰੀਰ ਜਦੋਂ ਚਾਹੁਣ ਇਕੱਠੇ ਹੋ ਸਕਦੇ ਹਨ। ਇਸ ਵਿਚਾਰ ਦੇ ਆਉਂਦਿਆਂ ਹੀ ਮੇਰਾ ਤਨ ਮਨ ਸਵਪਨਿਲ ਨੂੰ ਮਿਲਣ ਲਈ ਮਚਲਣ ਲੱਗਿਆ ਹੈ। ਮੈਂ ਖੁਦ ਨੂੰ ਸਮਝਾਇਆ, ਬਾਣੀ ਹੁਣ ਵੱਧ ਉਡੀਕ ਨਹੀਂ ਕਰਨੀ ਪਵੇਗੀ। ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗੀ ਹਾਂ। ਅਗਲੇ ਦਿਨ ਮੇਰੇ ਸਕੂਲ ਵਿੱਚ ਛੁੱਟੀ ਹੈ। ਪਾਪਾ ਨੇ ਚਾਹ ਨਾਲ ਸੈਂਡਵਿਚ ਬਣਾਏ ਹਨ ਅਤੇ ਮੈਨੂੰ ਬੈਠਕ ਵਿੱਚੋਂ ਆਵਾਜ਼ ਦਿੱਤੀ ਹੈ। ਮੈਂ ਉੱਥੇ ਪਹੁੰਚੀ ਤਾਂ ਚਾਹ ਅਤੇ ਸੈਂਡਵਿਚਾਂ ਦੀ ਖੁਸ਼ਬੂ ਨੇ ਮੈਨੂੰ ਲਲਚਾਇਆ। ਮੈਂ ਸੈਂਡਵਿਚ ਉਠਾਇਆ ਅਤੇ ਚਾਹ ਦਾ ਕੱਪ ਫੜ ਕੇ ਕੁਰਸੀ ਤੇ ਬੈਠ ਗਈ। ਚਾਹ ਪੀਂਦਿਆਂ ਮੇਰੀ ਨਿਗਾਹ ਪਾਪਾ ਤੇ ਪਈ। ਉਹਨਾਂ ਦੇ ਇੱਕ ਹੱਥ ਵਿੱਚ ਮੇਰੇ ਵਿਆਹ ਦਾ ਸੱਦਾ ਪੱਤਰ ਹੈ ਅਤੇ ਉਹ ਉਸ ਨੂੰ ਧਿਆਨ ਨਾਲ ਦੇਖ ਰਹੇ ਹਨ। ਬਾਣੀ, ਤੁਸੀਂ ਬੁਰਾ ਨਾ ਮਨਾਉਣਾ, ਪਰ ਮੈਂ ਇੱਕ ਗੱਲ ਕਹਿਣ ਤੋਂ ਰਹਿ ਨਹੀਂ ਸਕਦਾ, ਪਾਪਾ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ। ਤੁਸੀਂ ਕਹੋ, ਮੈਨੂੰ ਬੁਰਾ ਨਹੀਂ ਲੱਗੇਗਾ। ਮੈਂ ਸੋਚ ਰਹੀ ਹਾਂ ਕਿ ਕਾਰਡ ਵਿੱਚ ਅਜਿਹਾ ਕੀ ਬੁਰਾ ਹੈ। ਅਸਲ ਵਿੱਚ ਮੈਨੂੰ ਵਿਆਹ ਵਿੱਚ ਅਜਿਹੇ ਆਡੰਬਰ ਫਜ਼ੂਲ ਖਰਚੀ ਲੱਗਦੇ ਹਨ। ਇਸ ਇੱਕ ਬਾਕਸ ਦੀ ਕੀਮਤ ਲਗਭਗ 2500 ਰੁਪਏ ਹੋਵੇਗੀ। ਉਹ ਬਾਕਸ ਦੇ ਮੁੱਲ ਦਾ ਅੰਦਾਜ਼ਾ ਲਗਾ ਰਹੇ ਹਨ। ਪਾਪਾ, ਮੈਨੂੰ ਪਤਾ ਹੈ, ਇਹ ਕਾਰਡ ਬਹੁਤ ਮਹਿੰਗਾ ਹੈ। ਮੈਨੂੰ ਵੀ ਇਹ ਫਜ਼ੂਲ ਖਰਚੀ ਲੱਗਦੀ ਹੈ, ਪਰ ਮੈਂ ਮੈਮ ਦੀ ਇੱਛਾ ਦੇ ਅੱਗੇ ਚੁੱਪ ਰਹੀ। ਮੈਂ ਪਾਪਾ ਨੂੰ ਦੱਸਿਆ,
ਅਮੀਰਾਂ ਦੀ ਅਜਿਹੀ ਨਕਲ ਵਿੱਚ ਮੱਧਵਰਗੀ ਪਿਤਾ ਪਿਸ ਜਾਂਦਾ ਹੈ ਅਤੇ ਆਪਣੇ ਭਵਿੱਖ ਲਈ ਮੁਸੀਬਤਾਂ ਸਹੇੜ ਲੈਂਦਾ ਹੈ। ਪਾਪਾ ਆਪਣੀ ਸਥਿਤੀ ਬਾਰੇ ਦੱਸ ਰਹੇ ਹਨ। ਪਾਪਾ ਅਮੀਰਾਂ ਦੀ ਇਸੇ ਪ੍ਰਵਿਰਤੀ ਨਾਲ ਤਾਂ ਦੂਜਿਆਂ ਦੇ ਵਪਾਰ ਚੱਲਦੇ ਹਨ। ਮੈਂ ਮੈਮ ਦਾ ਬਚਾਅ ਕਰਦਿਆਂ ਕਿਹਾ। ਭਾਵ ਤੁਸੀਂ ਖੁਦ ਆਪਣੇ ਵਿਆਹ ਵਿੱਚ ਅਜਿਹੇ ਆਡੰਬਰਾਂ ਦੀ ਇੱਛੁਕ ਹੋ? ਪਾਪਾ ਨੇ ਸ਼ੰਕਾ ਕਰਦਿਆਂ ਕਿਹਾ। ਨਹੀਂ ਪਾਪਾ, ਗੱਲ ਇਹ ਨਹੀਂ ਹੈ। ਪਰ ਮੈਂ ਉਹਨਾਂ ਦੇ ਉਲਟ ਗੱਲ ਕਰਕੇ ਸਮੱਸਿਆ ਨਹੀਂ ਖੜੀ ਕਰਨਾ ਚਾਹੁੰਦੀ। ਮੈਨੂੰ ਮਾਂ ਦੀ ਗੱਲ ਯਾਦ ਹੈ ਕਿ ਸਮੱਸਿਆ ਨਹੀਂ, ਹੱਲ ਦੇਣਾ ਚਾਹੀਦਾ ਹੈ। ਮੈਂ ਆਪਣਾ ਪੱਖ ਸਾਫ਼ ਕੀਤਾ। ਮੈਨੂੰ ਵੀ ਇਸ ਵਿਆਹ ਵਿੱਚ ਸਿਰਫ ਇੱਕ ਗਵਾਹ ਬਣੇ ਰਹਿਣਾ ਚਾਹੀਦਾ ਹੈ। ਪਾਪਾ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਹਨਾਂ ਨੇ ਆਪਣੀਆਂ ਨਮ ਅੱਖਾਂ ਪੂੰਝੀਆਂ। ਕਾਸ਼ ਅੱਜ ਮਾਂ ਅਤੇ ਭਰਾ ਹੁੰਦੇ, ਉਹ ਇਹ ਸਭ ਦੇਖ ਕੇ ਕਿੰਨਾ ਮਾਣ ਕਰਦੇ। ਮੈਂ ਵੀ ਭਾਵੁਕ ਹੋ ਗਈ। ਸਵਪਨਿਲ ਆਪਣੇ ਮੰਮੀ ਡੈਡੀ ਨਾਲ ਮੈਮ ਦੇ ਘਰ ਪਹੁੰਚ ਗਿਆ ਹੈ ਅਤੇ ਉਸ ਦਾ ਮੈਨੂੰ ਕਾਲ ਆਇਆ ਹੈ। ਬਾਣੀ, ਭਾਬੀ ਦੇ ਪੇਕੇ ਵਾਲੇ ਇੱਕ ਵੱਡਾ ਪ੍ਰੋਗਰਾਮ ਕਰ ਰਹੇ ਹਨ ਅਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਹੈ, ਸਵਪਨਿਲ ਨੇ ਦੱਸਿਆ। ਪਿਆਰੇ ਸਰੋਤਿਓ, ਐਪੀਸੋਡ 68 ਪ੍ਰੇਮ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਕਹਾਣੀ ਹੈ। ਐਪੀਸੋਡ 68 ਸਮਾਪਤ।